ਹੈਲੋ ਸਟੂਡੈਂਟ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਬੇਟਾ ਜਿਹੜਾ ਨੈਕਸਟ ਲੈਕਚਰ ਆਪਣਾ ਸੌਫਟਵੇਅਰ ਇੰਜੀਨੀਅਰਿੰਗ ਦਾ ਉਹ ਹੈਗਾ ਮੈਟ੍ਰਿਕਸ ਅੱਜ ਦਾ ਟੌਪਿਕ। ਵਟ ਇਜ਼ ਦਾ ਮੈਟ੍ਰਿਕਸ? ਮੈਟ੍ਰਿਕਸ ਹੁੰਦੀ ਕੀ ਆ? ਠੀਕ ਹੈ ਜੀ। ਇਹਦੇ ਵਿੱਚ ਦੇਖੋ ਬੇਟਾ, ਜਿਵੇਂ ਫਸਟ ਪੁਆਇੰਟ ਹੈ ਤੁਹਾਡੇ ਕੋਲ, ਇਫੈਕਟਿਵ ਮੈਨੇਜਮੈਂਟ ਆਫ ਐਨੀ ਪ੍ਰੋਸੈਸ ਰਿਕੁਆਇਰ ਦਾ ਕੁਆਂਟੀਫਿਕੇਸ਼ਨ, ਮੀਜ਼ਰਮੈਂਟ ਐਂਡ ਦਾ ਮੋਡਲਿੰਗ। ਕੋਈ ਵੀ ਆਪਣੀ ਇਫੈਕਟਿਵ ਮੈਨੇਜਮੈਂਟ ਹੈ ਜਿਹੜੀ ਪ੍ਰਭਾਵਸ਼ਾਲੀ ਕਿਸੇ ਵੀ ਚੀਜ਼ ਦੀ ਮੈਨੇਜਮੈਂਟ ਹੁੰਦੀ ਹੈ, ਠੀਕ ਹੈ, ਉਹ ਪ੍ਰੋਸੈਸ ਦੇ ਲਈ ਆਪਾਂ ਨੂੰ ਇੱਕ ਤਾਂ ਉਹਦੀ ਕੁਆਂਟਿਟੀ ਦਾ ਪਤਾ ਹੋਣਾ ਚਾਹੀਦਾ, ਦੂਜੀ ਉਹਦੀ ਮੀਜ਼ਰਮੈਂਟ ਪਤਾ ਹੋਣੀ ਚਾਹੀਦੀ, ਅਤੇ ਤੀਜਾ ਆਪਾਂ ਨੂੰ ਉਹਦੀ ਮੋਡਲਿੰਗ ਮੈਥਡ ਕਿਹੜਾ ਯੂਜ਼ ਕਰਦਾ ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਤਾਂ ਸੌਫਟਵੇਅਰ ਮੈਟ੍ਰਿਕਸ ਪ੍ਰੋਵਾਈਡ ਆ ਕੁਆਂਟੀਟੇਟਿਵ ਬੇਸਿਸ, ਮਤਲਬ ਕਿ ਇਹ ਕੁਆਂਟਿਟੀ ਕਿੱਦਾਂ ਦੀ ਉਸ ਚੀਜ਼ ਦੀ, ਕਿੰਨੀ ਮਾਤਰਾ ਯੂਜ਼ ਕਰਦੇ ਆ, ਉਸ ਆਧਾਰ 'ਤੇ ਆਪਾਂ ਨੂੰ ਡਿਵੈਲਪਮੈਂਟ ਅਤੇ ਵੈਲੀਡੇਸ਼ਨ ਪ੍ਰੋਵਾਈਡ ਕਰਵਾਉਂਦੀ ਹੈ ਸੌਫਟਵੇਅਰ ਡਿਵੈਲਪਮੈਂਟ ਪ੍ਰੋਸੈਸ ਦੀ। ਤਾਂ ਮੈਟ੍ਰਿਕਸ ਕੈਨ ਬੀ ਯੂਜ਼ ਟੂ ਇੰਪਰੂਵ ਦਾ ਸੌਫਟਵੇਅਰ ਪ੍ਰੋਡਕਟੀਵਿਟੀ ਐਂਡ ਕੁਆਲਿਟੀ। ਜਿਹੜੀ ਮੈਟ੍ਰਿਕਸ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ? ਸੌਫਟਵੇਅਰ ਦੀ ਪ੍ਰੋਡਕਟੀਵਿਟੀ, ਉਹਦੀ ਉਤਪਾਦਕਤਾ ਅਤੇ ਉਹਦੀ ਕੁਆਲਿਟੀ ਨੂੰ ਵਧਾਉਣ ਦੇ ਲਈ ਯੂਜ਼ ਕਰਦੇ ਹਾਂ। ਤਾਂ ਸੌਫਟਵੇਅਰ ਮੈਟ੍ਰਿਕਸ ਇਜ਼ ਮੀਜ਼ਰਮੈਂਟ ਆਫ ਸਮ ਪ੍ਰੋਪਰਟੀ ਆਫ ਪੀਸ ਆਫ ਦਾ ਸੌਫਟਵੇਅਰ ਔਰ ਸਪੈਸੀਫਿਕੇਸ਼ਨ। ਜਿਹੜੀ ਸੌਫਟਵੇਅਰ ਮੈਟ੍ਰਿਕਸ ਆ, ਇਹਦੇ ਵਿੱਚ ਕਹਿੰਦੇ ਕੁਝ ਪ੍ਰੋਪਰਟੀਜ਼ ਮੇਜ਼ਰ ਕੀਤੀਆਂ ਜਾਂਦੀਆਂ, ਜਿਹਦੇ ਵਿੱਚ ਆਪਾਂ ਸੌਫਟਵੇਅਰ ਦੀਆਂ ਸਪੈਸੀਫਿਕੇਸ਼ਨਸ ਬਾਰੇ ਗੱਲ ਕਰਦੇ ਹਾਂ। ਤਾਂ ਸਿੰਸ ਕੁਆਂਟੀਟੇਟਿਵ ਮੈਥਡ ਹੈਵ ਪ੍ਰੂਵਡ ਸੋ ਪਾਵਰਫੁਲ ਇਨ ਦਾ ਅਦਰ ਸਾਇੰਸ, ਕੰਪਿਊਟਰ ਸਾਇੰਸ ਪ੍ਰੈਕਟੀਸ਼ਨਰ ਐਂਡ ਦਾ ਥਿਊਰਿਸਟਿਕਸ਼ਨ ਹੈਵ ਵਰਕਡ ਹਾਰਡ ਟੂ ਬ੍ਰਿੰਗ ਦਾ ਸਿਮਿਲਰ ਅਪਰੋਚਿਸ ਟੂ ਸੌਫਟਵੇਅਰ ਡਿਵੈਲਪਮੈਂਟ। ਇਹਨਾਂ ਸਾਰੀਆਂ ਅਪਰੋਚਿਸ ਦੀ ਜਿਹੜੀ ਵਰਤੋਂ ਉਹ ਕਰਦੇ, ਜਿਵੇਂ ਟੌਮ ਡੀ ਮਾਰਕੋ ਨੇ ਸਟੇਟ ਕੀਤਾ ਸੀ, ਯੂ ਕੈਨ ਨਾਟ ਕੰਟਰੋਲ ਵਾਟ ਯੂ ਕੈਨ ਨਾਟ ਮੀਜ਼ਰ। ਜਿਸ ਚੀਜ਼ ਨੂੰ ਤੁਸੀਂ ਮੀਜ਼ਰ ਨਹੀਂ ਕਰ ਸਕਦੇ, ਉਸ ਚੀਜ਼ ਨੂੰ ਤੁਸੀਂ ਕੰਟਰੋਲ ਵੀ ਹੈ ਜਿਹੜਾ ਨਹੀਂ ਕਰ ਸਕਦੇ। ਠੀਕ ਹੈ ਜੀ। ਅੱਗੇ ਦੇਖੋ ਬੇਟਾ, ਆਪਣੇ ਕੋਲੇ ਨੈਕਸਟ ਜਿਹੜਾ ਆਪਣੇ ਕੋਲੇ ਦਿੱਤੇ ਹੋਏ ਨੇ ਫੈਕਟਰ ਕੁਝ ਇਹਦੇ ਸੌਫਟਵੇਅਰ ਦੇ। ਜਿਹੜਾ ਸੌਫਟਵੇਅਰ ਇਜ਼ ਐਬਸਟਰੈਕਟ ਕੰਸਟਰਕਟ ਐਂਡ ਕਹਿੰਦੇ ਮੀਜ਼ਰਿੰਗ ਇਟ ਇਜ਼ ਡਿਫੀਕਲਟੀ। ਤਾਂ ਟੋਟਲ ਨੰਬਰ ਆਫ ਮੋਡੀਊਲਸ ਆਪਾਂ ਇਹਦੇ ਵਿੱਚ ਕਿੰਨੇ ਯੂਜ਼ ਕਰਦੇ ਹਾਂ? ਤਾਂ ਮੋਡੀਊਲਸ ਦੇ ਬਾਰੇ ਜਦੋਂ ਗੱਲ ਕਰਦੇ ਹਾਂ ਆਪਾਂ, ਤਾਂ ਦਿਸ ਮੈਟ੍ਰਿਕਸ ਕੈਨ ਬੀ ਕੈਲਕੂਲੇਟਡ ਈਜ਼ਲੀ ਵਨਸ ਦਾ ਸਿਸਟਮ ਡਿਜ਼ਾਈਨ ਇਜ਼ ਕੰਪਲੀਟ। ਜਿਹੜੇ ਇਹ ਕੈਲਕੂਲੇਸ਼ਨ ਹੁੰਦੀ ਹੈ ਜਿਹੜੀ ਮੈਟ੍ਰਿਕਸ ਦੀ ਬੇਟਾ, ਜਦੋਂ ਈਜ਼ਲੀ ਇਹ ਮਤਲਬ ਕਿ ਕੈਲਕੂਲੇਟ ਹੋ ਜਾਂਦੀ ਹੈ, ਤਾਂ ਡਿਜ਼ਾਈਨ ਇਸਦਾ ਕੰਪਲੀਟ ਆਪਾਂ ਈਜ਼ਲੀ ਕਰ ਲੈਂਦੇ ਹਾਂ। ਇਟ ਸਪੈਸੀਫਾਈ ਦਾ ਕਹਿੰਦੇ ਟੋਟਲ ਨੰਬਰ ਆਫ ਮੋਡੀਊਲ। ਇਹਦੇ ਵਿੱਚ ਟੋਟਲ ਨੰਬਰ ਆਫ ਮੋਡੀਊਲ ਬਾਰੇ ਗੱਲਬਾਤ ਕੀਤੀ ਜਾਂਦੀ ਹੈ। ਦੈਟ ਦਾ ਫਾਈਨਲ ਸਿਸਟਮ ਵਿਲ ਵੀ ਕੰਟੇਨ, ਜਿਹਦੇ ਵਿੱਚ ਆਪਾਂ ਜਿੱਥੋਂ ਮਤਲਬ ਪੂਰਾ ਸਿਸਟਮ ਉਹਨੂੰ ਕੰਟੇਨ ਕਰਦਾ। ਤਾਂ ਬੇਸਿਕ ਯੂਜ਼ ਆਫ ਦਿਸ ਮੈਟ੍ਰਿਕਸ ਇਜ਼ ਦੈਟ ਬਾਈ ਯੂਜ਼ਿੰਗ ਐਵਰੇਜ ਸਾਈਜ਼ ਆਫ ਮੋਡੀਊਲ। ਮਤਲਬ ਆਪਾਂ ਉਹਦਾ ਸਾਈਜ਼ ਪਤਾ ਕਰ ਲੈਂਦੇ ਹਾਂ ਮੋਡੀਊਲ ਦਾ, ਅਤੇ ਉਹਦੇ ਸਾਈਜ਼ ਦਾ ਐਸਟੀਮੇਟ ਲਾ ਲੈਂਦੇ ਹਾਂ ਮੋਡੀਊਲ ਦਾ, ਵੀ ਉਹਦਾ ਸਾਈਜ਼ ਐਸਟੀਮੇਟ ਆਫ ਦਾ ਕਹਿੰਦੇ ਫਾਈਨਲ ਸੌਫਟਵੇਅਰ ਕੈਨ ਬੀ ਅਬਟੇਨ, ਅਤੇ ਜਿੱਥੋਂ ਆਪਾਂ ਫਾਈਨਲ ਸੌਫਟਵੇਅਰ ਜਿਹੜਾ ਪ੍ਰਾਪਤ ਕਰ ਲੈਂਦੇ ਹਾਂ। ਤਾਂ ਦਿਸ ਐਸਟੀਮੇਟ ਕੈਨ ਬੀ ਯੂਜ਼ ਟੂ ਚੈੱਕ ਦਾ ਇਨੀਸ਼ੀਅਲ ਸਾਈਜ਼ ਐਸਟੀਮੇਟ ਐਂਡ ਇਫ ਇਟ ਇਜ਼ ਦਾ ਡਿਫਰੈਂਸ ਇਜ਼ ਸਬਸਟੈਂਸ਼ੀਅਲ ਇਟ ਵਿਲ ਇਨਵੋਲਵ ਦਾ ਚੇਂਜ ਇਨ ਪਲਾਨ। ਤਾਂ ਬੇਟਾ ਦੇਖੋ, ਜੇਕਰ ਆਪਾਂ ਉਹਦੇ ਵਿੱਚ ਇਨੀਸ਼ੀਅਲ ਮਤਲਬ ਉਹਦੇ ਸਟਾਰਟਿੰਗ ਸਾਈਜ਼ ਦਾ ਆਪਾਂ ਨੂੰ ਐਸਟੀਮੇਟ ਲੱਗ ਜਾਂਦਾ, ਤਾਂ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਡਿਫਰੈਂਸ ਦੇ ਵਿੱਚ ਵੀ, ਅਤੇ ਉਹਦੇ ਵਿੱਚ ਆਪਾਂ ਕੋਈ ਵੀ ਪਲਾਨ ਦੇ ਵਿੱਚ ਚੇਂਜਸ ਆ ਜਿਹੜੀਆਂ ਕਰ ਸਕਦੇ ਹਾਂ। ਠੀਕ ਹੈ ਜੀ। ਅੱਗੇ ਆ ਗਿਆ ਆਪਣੇ ਕੋਲ ਨੰਬਰ ਆਫ ਮੋਡੀਊਲ ਕਾਲਡ, ਮਤਲਬ ਕਿ ਪਹਿਲਾਂ ਤਾਂ ਆਪਾਂ ਚੈੱਕ ਕੀਤਾ ਨੰਬਰ ਆਫ ਮੋਡੀਊਲ ਕਿੰਨੇ ਯੂਜ਼ ਕਰਨੇ ਆ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਨੰਬਰ ਆਫ ਜਿਹੜੀ ਮੋਡੀਊਲਸ ਨੂੰ ਕਾਲਡ ਕਰਦੇ, ਜਿਹੜੇ ਬੁਲਾਉਂਦੇ ਆ। ਠੀਕ ਹੈ। ਦਿਸ ਮੈਟ੍ਰਿਕਸ ਕੈਨ ਆਲਸੋ ਵੀ ਕੰਪਿਊਟਡ ਈਜ਼ਲੀ ਵਨਸ ਦਾ ਸਿਸਟਮ ਡਿਜ਼ਾਈਨ ਇਜ਼ ਕੰਪਲੀਟ। ਜਦੋਂ ਸਿਸਟਮ ਡਿਜ਼ਾਈਨ ਕੰਪਲੀਟ ਹੋ ਜਾਂਦਾ, ਈਜ਼ਲੀ ਇਹਨੂੰ ਆਪਾਂ ਕੰਪਿਊਟ ਕਰ ਸਕਦੇ ਹਾਂ। ਤਾਂ ਫॉर ਈਚ ਮੋਡੀਊਲ ਵੀ ਕੈਨ ਕੰਪਿਊਟ ਹਾਊ ਮੈਨੀ ਅਦਰ ਮੋਡੀਊਲ ਇਟ ਕਾਲਜ। ਤਾਂ ਇੱਕ ਮੋਡੀਊਲ ਨੂੰ ਕੰਪਲੀਟ ਕਰਨ ਦੇ ਲਈ, ਠੀਕ ਹੈ, ਹਰ ਇੱਕ ਮੋਡੀਊਲ ਨੂੰ ਕੰਪਲੀਟ ਕਰਨ ਦੇ ਲਈ ਆਪਾਂ ਨੂੰ ਕਿੰਨੇ ਮੋਡੀਊਲਸ ਨੂੰ ਬੁਲਾਉਣਾ ਪਊਗਾ। ਅਤੇ ਇਨ ਐਡੀਸ਼ਨ ਵੀ ਕੈਨ ਆਲਸੋ ਡਿਟਰਮਾਈਨ ਹਾਊ ਮੈਨੀ ਮੋਡੀਊਲ ਕਾਲ ਆ ਪਾਰਟੀਕੂਲਰ ਮੋਡੀਊਲ। ਇੱਕ ਸਪੈਸ਼ਲ ਦੇ ਲਈ ਆਪਾਂ ਕਿੰਨੇ ਮੋਡੀਊਲਸ ਨੂੰ ਕਾਲ ਕਰਾਂਗੇ। ਤਾਂ ਦੀਸ ਕਰੋਸਪੋਂਡਿੰਗ ਟੂ ਦਾ ਫੈਨ ਆਊਟ ਐਂਡ ਫੈਨ ਇਨ ਦਾ ਮੋਡੀਊਲ। ਤਾਂ ਇਹਦਾ ਮਤਲਬ ਹੈ ਵਾ ਆਪਾਂ ਮੋਡੀਊਲ ਇਹਦੇ ਵਿੱਚ ਐਡ ਕਰਦੇ ਹਾਂ ਅਤੇ ਬਾਹਰ ਕੱਢਦੇ ਹਾਂ। ਤਾਂ ਯੂਜ਼ ਆਫ ਦਿਸ ਮੈਟ੍ਰਿਕਸ ਇਜ਼ ਐਸਟੀਮੇਟਿੰਗ ਦਾ ਕੰਪਲੈਕਸਿਟੀ ਆਫ ਮੇਨਟੇਨਿੰਗ ਦਾ ਸੌਫਟਵੇਅਰ ਵਨਸ ਇਟ ਇਜ਼ ਡਿਲੀਵਰਡ। ਜਦੋਂ ਇੱਕ ਵਾਰ ਸੌਫਟਵੇਅਰ ਡਿਲੀਵਰ ਹੋ ਜਾਂਦਾ ਬੇਟਾ, ਤਾਂ ਉਹਦੀ ਆਪਾਂ ਮਤਲਬ ਕੰਪਲੈਕਸਿਟੀ ਨੂੰ ਮੇਨਟੇਨ ਕਰ ਲੈਂਦੇ। ਤਾਂ ਮੋਡੀਊਲ ਵਿਦ ਦਾ ਹਾਈ ਫੈਨ ਇਨ may mean that module has functional choice and lot of module using this function। ਜੇ ਹਾਈ ਫੈਨ ਆ ਮਤਲਬ ਕਿ ਨੰਬਰ ਆਫ ਮੋਡੀਊਲ ਆਪਾਂ ਐਡ ਕੀਤੇ ਆ ਫੰਕਸ਼ਨ ਦੇ ਵਿੱਚ, ਤਾਂ ਠੀਕ ਹੈ ਜੀ, ਉਹਨਾਂ ਨੂੰ ਆਪਾਂ ਕੀ, ਉਹਦਾ ਮਤਲਬ ਹੈ ਕਿ ਉਹ ਜ਼ਿਆਦਾ ਬੈਸਟ ਹੈ ਮੋਡੀਊਲ। ਠੀਕ ਹੈ। ਹਾਈ ਫੈਨ ਇਨ ਮੀਨਸ ਦੈਟ ਨੰਬਰ ਅਦਰ ਮੋਡੀਊਲ ਡਿਪੈਂਡ ਔਨ ਦਿਸ ਮੋਡੀਊਲ। ਮਤਲਬ ਦੂਸਰੇ ਮੋਡੀਊਲ ਵੀ ਇਸ ਦੇ ਉੱਪਰ ਕੀ ਕਰਦੇ ਨੇ, ਡਿਪੈਂਡ ਕਰਦੇ ਨੇ। ਠੀਕ ਹੈ ਜੀ। ਅਗਲਾ ਪੁਆਇੰਟ ਹੈਗਾ ਆਪਣੇ ਕੋਲ, ਜਿਵੇਂ ਡਿਜ਼ਾਈਨ ਕਰਨਾ ਮੈਟ੍ਰਿਕਸ ਨੂੰ। ਟੋਟਲ ਨੰਬਰ ਆਫ ਮੋਡੀਊਲ ਹੋ ਗਏ, ਨੰਬਰ ਆਫ ਮੋਡੀਊਲ ਕਾਲ ਅਤੇ ਨੰਬਰ ਆਫ ਪੈਰਾਮੀਟਰ ਦੀ ਗੱਲ ਕਰਦੇ ਹਾਂ। ਪੈਰਾਮੀਟਰ ਦੀ ਗੱਲ ਕਰਦੇ ਹਾਂ ਜਦੋਂ ਆਪਾਂ, ਜੇ ਸਿਸਟਮ ਡਿਜ਼ਾਈਨ ਸਪੈਸੀਫਾਈ ਮੋਡੀਊਲ ਦੈਟ ਵਿਲ ਵੀ ਸਿਸਟਮ ਐਜ਼ ਦੇਅਰ ਇੰਟਰਕਨੈਕਸ਼ਨ ਵਿਦ ਅਦਰ ਮੋਡੀਊਲ। ਤਾਂ ਇਹਦੇ ਵਿੱਚ ਇਹ ਚੈੱਕ ਕੀਤਾ ਜਾਂਦਾ ਜਿਹੜੇ ਆਪਾਂ ਮੋਡੀਊਲ ਇਹਦੇ ਵਿੱਚ ਯੂਜ਼ ਕਰ ਰਹੇ ਸਪੈਸੀਫਾਈ ਕਰਵਾਏ, ਉਹਨਾਂ ਦੇ ਇੱਕ ਦੂਜੇ ਦੇ ਨਾਲ ਕਿਵੇਂ ਕਨੈਕਟੀਵਿਟੀ ਆ। ਤਾਂ ਦਸ ਇਨ ਐਡੀਸ਼ਨ ਟੂ ਸਪੈਸੀਫਾਈਂਗ ਦਾ ਬਿਹੇਵੀਅਰ ਆਫ ਮੋਡੀਊਲ ਦਾ ਸਿਸਟਮ ਡਿਜ਼ਾਈਨ ਆਲਸੋ ਸਪੈਸੀਫਾਈ ਦਾ ਮੋਡੀਊਲਸ ਇੰਟਰਫੇਸ। ਤਾਂ ਉੱਥੋਂ ਆਪਾਂ ਉਹਦੇ ਬਿਹੇਵੀਅਰ ਤੋਂ ਮਤਲਬ ਜਦੋਂ ਆਪਾਂ ਇਹਦਾ ਬਿਹੇਵੀਅਰ ਸਪੈਸੀਫਾਈ ਕਰਵਾ ਲੈਂਦੇ ਹਾਂ ਮੋਡੀਊਲ ਦਾ, ਵੀ ਕਿਸ ਟਾਈਪ ਦਾ ਮੋਡੀਊਲ ਆ, ਤਾਂ ਉਹਦੇ ਵਿੱਚ ਆਪਾਂ ਉਹਦਾ ਇੰਟਰਫੇਸ ਵੀ ਹੈ ਜਿਹੜਾ ਡਿਜ਼ਾਈਨ ਕਰ ਲੈਂਦੇ ਹਾਂ। The number of the parameter of the module can therefore be obtained after the system design is complete। ਜਦੋਂ ਸਿਸਟਮ ਡਿਜ਼ਾਈਨ ਕੰਪਲੀਟ ਹੁੰਦਾ, ਵੀ ਜਿੰਨੇ ਵੀ ਆਪਾਂ ਨੂੰ ਪੈਰਾਮੀਟਰ ਚਾਹੀਦੇ ਨੇ ਮੋਡੀਊਲ ਦੇ, ਵੀ ਉਹ ਆਪਾਂ ਪ੍ਰਾਪਤ ਕਰ ਲੈਂਦੇ ਹਾਂ। ਤਾਂ ਵਟ ਕੰਸਟੀਟਿਊਟ ਆ ਪੈਰਾਮੀਟਰ ਫॉर the purpose of this matrix needs more clarification। ਜੇ ਇਹ ਆਪਾਂ ਕੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਪੈਰਾਮੀਟਰ ਦੇ ਬਾਰੇ, ਤਾਂ ਇਹ ਪਰਪਸ ਇਹਦਾ ਕੀ ਹੈਗਾ, ਵੀ ਮੈਟ੍ਰਿਕਸ ਆਪਾਂ ਨੂੰ ਕਿਸ ਟਾਈਪ ਦੀ ਮੈਥਸ ਦੀ
ज़्यादा क्लैरिफिकेशन की जरूरत है। तो शुड अ कंपलैक्स ऑब्जैक्ट इन पैरामीटर लिस्ट भी काउंटेड एज अ सिंगल पैरामीटर और कंप्रोमाइज ऑफ मैनी। जोड़ा शुड आ जिमें आप कह सकते हैं कि कंपलैक्स एक ऑब्जैक्ट है जोड़ा पैरामीटर की लिस्ट में आप काउंट कर सकते सिंगल पैरामीटर के कंप्रोमाइज जिन्हें भी पैरामीटर वध यूज़ किए गए एज एग्जाम्पल जो कि एग्जाम्पल कंसीडर करते हैं जिमें एक रिकॉर्ड की गल की है विच कंटेन मैनी डिफरेंट फील्ड इन इंस्टेंस ऑफ दिस रिकॉर्ड इज पास आ पैरामीटर टू मॉड्यूल मॉड्यूल जो पैरामीटर आप पास करते हैं अलग अलग तरह की डिटेल है जी दी गई रिकॉर्ड के तो शुड दिस भी कंसीडर आ सिंगल पैरामीटर कि यह सिंपल पैरामीटर है या मल्टीपल पैरामीटर है वन फॉर ईच फील्ड हर एक के लिए। इफ इट इज़ कंसीडर एज अ सिंगल जेकर इन्हें सिंगल कंसीडर करते हैं आप तो पैरामीटर लिस्ट ऑफ ऑल मॉड्यूल कैन प्रैक्टिकली भी रिड्यूस टू सिंगल तो सारे मतलब जिन्ने भी पैरामीटर की जरूरत है वो एक सिंगल पैरामीटर के कंटेन हो जाती है। तो सिंपलेस्ट इज टू कंसीडर ईच लॉजिकल एंटिटी इन पैरामीटर लिस्ट आ पैरामीटर उन्होंने पैरामीटर के नाम नाल ही जाना। तो लॉजिकल एंटिटी की होंगी एक रिकॉर्ड होंगे इफ रिकॉर्ड हैज़ अ लॉजिकल रीजन फॉर इस स्ट्रक्चर एंड नैचुरल वे ऑफ रिप्रैजेंट का डाटा आइटम नू ही जी लॉजिकल एंटिटी का मतलब है भी डाटा आइटम नू की करवाती है ये रिप्रैजेंट करवा। तो ठीक है जी। इस तो बाद अपने को आ गया दिस मैट्रिक्स इज मीनस टू ट्राई टू कैप्चर द कपलिंग बिटवीन मॉड्यूल कपलिंग नू कैप्चर कर दिया कादे बिटवीन मॉड्यूल के आल्दो इट क्लीयरली डज नॉट क्वांटिटी द कॉन्सैप्ट ऑफ कपलिंग ये क्लैरीफाई नहीं किया जाता कपलिंग का कॉन्सैप्ट है जोड़ा मतलब आप क्लैरीफाई नहीं कर दो इट ट्राइज टू अप्रॉक्सीमेट इट बस सिर्फ ये आप लगभग था मतलब वो नेड़े की चीज़ ही ट्राई आप कर सकते। अगे टाइप्स ऑफ डिजाइन मैट्रिक्स किहड़ियां होंदियां ने देयर आर टू कैटागरी ऑफ आर्कीटैक्चर डिजाइन मैट्रिक्स जो आर्कीटैक्चर डिजाइन मैट्रिक्स ने दो कैटागरी है आर्कीटैक्चर स्ट्रक्चर मैट्रिक्स है दिस कैटागरी हैज़ अ इंपैसिस ऑन द आर्टिकल मतलब वो अपने नक्शे वो ढांचे के उपर प्रभाव पैंदा जिहदे आप की करते हैं अपने को फैटन्स साइज मैट्रिक्स बोलते जिन्होंने जिहदे नंबर ऑफ तो वो पैरामीटर ऐड किए जाते हैं फैटन्स कनैक्टिविटी डेंसिटी मैट्रिक्स जिन्होंने ए नू एन से डिवाइड करते हैं तो वेयर एन इज़ द नंबर ऑफ नोड ए इज़ द नंबर ऑफ आर्कस मतलब किन्ने वो अगे पेयर ने ये हिस्से ने तो नोड्स किनिया ने भी उन्होंने अगे किमें कनैक्ट किया गया। तो आर्कीटैक्चर जी कंपलैक्सिटी है मैट्रिक्स है दिस कैटेगरी हैज़ द एम्पैसिस ऑन द कंपलैक्सिटी ऑफ डिफरेंट मॉड्यूल अलग अलग मॉड्यूल के उपर इसका प्रभाव पैंदा। तो अंडर दिस कैटेगरी देयर आर थ्री टाइप ऑफ मैट्रिक्स दे आर कहते स्ट्रक्चरल कंपलैक्सिटी मैट्रिक्स डाटा कंपलैक्सिटी मैट्रिक्स तो सिस्टम कंपलैक्सिटी मैट्रिक्स जी स्ट्रक्चरल जी अपने को कंपलैक्सिटी होंगी है बेटा स्ट्रक्चरल मतलब आप किसी स्ट्रक्चर की गल करते हैं एस आई ऑफ आ मॉड्यूल इज गिवन बाय एस आई इज इक्वल टू आप की करते इज इक्वल टू एफ मतलब फैन आउट करते हैं मल्टीप्लाई करने का टू नाल वेयर एफ आउट इज द फैन आउट ऑफ द मॉड्यूल मतलब किन्ने आप मॉड्यूल बाहर कड्डे हैं ठीक है। जी डाटा कंपलैक्सिटी होंगी है बेटा जी गुंझलदारता ये आप की करते हैं ये चैक करते हैं भी डी आई बराबर वी आई नू डिवाइड करते हैं फैन आउट प्लस वन से तो वेयर वी आई की इज द टोटल नंबर ऑफ इनपुट किन्ने तो आउटपुट वेरीएबल किन्ने ने दैट आर पास टू आ फ्रॉम मॉड्यूल तो किन्ने एलीमेंट पास किए गए हैं ठीक है। सिंपल जी सिस्टम कंपलैक्सिटी होंगी है बेटा ये की होंगे आप सी आई सिस्टम की कंपलैक्सिटी तो वो जो मॉड्यूल है ये दोनों चीज़ें ने एक स्ट्रक्चर तो जी आ गई अपने को डाटा दोनों की कंपलैक्सिटी मिला के की बनती है सिस्टम कंपलैक्सिटी बनती है। तो कंपोनेंट लैवल जो डिजाइन मैट्रिक्स है टू टाइप्स होंगे कपलिंग मैट्रिक्स तो कंपलैक्सिटी मैट्रिक्स में आप साइक्लोमैटिक कंपलैक्सिटी के नाम नाल भी जानते हैं। बोथ दिस मैट्रिक्स रिक्वायर द नॉलेज ऑफ द इंटरनल स्ट्रक्चर मतलब इस दोनों मैट्रिक्स के अपने इंटरनल स्ट्रक्चर के मॉड्यूल की जरूरत पैंती है ठीक है वो कंपोनेंट लैवल होंगे। तो टू मैट्रिक्स मैंशनड अबव कैन बी यूज टू डिटरमाइन द क्वालिटी ऑफ द कंपोनेंट लैवल डिजाइन कंपोनेंट लैवल डिजाइन की क्वालिटी मापन के लिए आप दो तरह के मैट्रिक्स की वरतों करते हैं जो उपर दिते हैं जिन्होंने कपलिंग तो कंपलैक्सिटी मैट्रिक्स के नाम नाल जानते। अगे आगे अपने को कपलिंग मैट्रिक्स कहते दिस मैट्रिक्स डिटरमाइन द कपलिंग एफिशिएंटली ऑफ मॉड्यूल भी कपलिंग डिटरमाइन करती है। दीज थ्री टाइप ऑफ कपलिंग डेफिनेशन हैज़ बीन इनकारपोरेटेड इनटू द फॉर्मूलेट फॉर कपलिंग दिस मैट्रिक्स एक डाटा एंड कंट्रोल फ्लो कपलिंग होंगी है जिहदे डी आई मतलब नंबर ऑफ इनपुट डाटा मीटर है सी आई मतलब नंबर ऑफ इनपुट कंट्रोल पैरामीटर है डी ओ मतलब नंबर ऑफ आउटपुट डाटा पैरामीटर है सी ओ मतलब नंबर ऑफ आउटपुट कंट्रोल पैरामीटर है। तो जी ग्लोबल कपलिंग होंगी है ये जी डी नंबर ऑफ ग्लोबल वेरीएबल यूजड एज अ डाटा के आधार पर ग्लोबल वेरीएबल किन्ने यूज किए जी सी नंबर ऑफ ग्लोबल वेरीएबल यूजड एज अ कंट्रोलिंग करने किन्ने ग्लोबल वेरीएबल यूज किए जा रहे। एनवायरमेंट कपलिंग के फैन आउट फिन कहते फैन आउट फॉर द मॉड्यूल मतलब मॉड्यूल बाहर कढ़ना फिन इन कोई मॉड्यूल आप अंदर ऐड करते हैं। तो कपलिंग मैट्रिक्स सी इज़ गिवन बाय जी सी कंपलैक्सिटी जी मैट्रिक्स है वो दी गई जी कपलिंग मैट्रिक्स की गल की सी इज़ इक्वल टू वन के के माइनस करके उन्होंने डिवाइड करना कहते डी आई प्लस ए की मल्टीप्लाई करनी है सी आई नाल प्लस फिर डू फिर आप ये डी ओ लवांगे ठीक है फिर बी की मल्टीप्लाई सी ओ ना करके फिर जी डी लवांगे फिर प्लस सी की मल्टीप्लाई जी सी ना करके फिर प्लस डबल जू प्लस आर।
ਤਾਂ ਵੈਲਿਊ ਆਫ K A B C ਆਰ ਐਡਜਸਟਡ ਐਜ਼ ਪਰ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਦੇ ਡਿਪੈਂਡ ਕਰਦੇ ਆ। ਤਾਂ ਇਨ ਜਰਨਲ ਦੇ ਆਰ ਕਹਿੰਦੇ ਟੇਕਨ 1 2 2 2 ਰਿਸਪੈਕਟਿਵਲੀ ਆਪਾਂ ਐਕਸਪੈਰੀਮੈਂਟ ਤੇ ਡਿਪੈਂਡ ਕਰਨੀ ਆ। ਤਾਂ C ਵਿਲ ਬੀ ਹਾਇਰ ਕਲੋਜ਼ਰ ਟੂ 1 ਇਫ ਦਾ ਮੋਡਿਊਲ ਹੈਵ ਹਾਈ ਕਪਲਿੰਗ। C ਵਿਲ ਬੀ ਹਾਇਰ ਹੋਊਗਾ ਮਤਲਬ ਕਿ ਤਾਂ ਹੀ ਉਹ ਮੋਡਿਊਲ ਦੀ ਹਾਈ ਕਪਲਿੰਗ ਦੇ ਬਰਾਬਰ ਆ ਜਿਹੜਾ ਹੋਵੇਗਾ। ਤਾਂ ਮਿਨੀਮਮ ਵੈਲਿਊ ਆਫ C ਵਿਲ ਵੀ ਕਿੰਨੀ ਲਵਾਂਗੇ 0.6 ਜਿਹੜੀ ਕਪਲਿੰਗ ਉਹਦੀ ਵੈਲਿਊ ਹੈ ਜਿਹੜੀ ਮਤਲਬ 0.66 ਆਪਾਂ ਯੂਜ਼ ਕਰ ਸਕਦੇ ਹਾਂ। ਅੱਗੇ ਆਪਾਂ ਪੜਾਂਗੇ ਨੈਟਵਰਕ ਮੈਟ੍ਰਿਕਸ ਕੀ ਹੁੰਦੀ ਆ। ਜਿਹੜੀ ਨੈਟਵਰਕ ਮੈਟ੍ਰਿਕਸ ਆ ਫੋਕਸ ਔਨ ਦਾ ਸਟਰਕਚਰ ਚਾਰਟ ਆਫ ਸਿਸਟਮ। ਸਟਰਕਚਰ ਚਾਰਟ ਤੇ ਫੋਕਸ ਕਰਦੀ ਹੈ ਬੇਟਾ ਇਹ। ਦੇ ਅਟੈਂਪਟ ਟੂ ਡਿਫਾਈਨ ਹਾਊ ਗੁੱਡ ਦਾ ਸਟਰਕਚਰ ਔਰ ਨੈਟਵਰਕ ਇਜ਼ ਇਨ ਐਫਰਟ ਟੂ ਕੁਆਂਟਿਟੀ the complexity of the call graph the simplest structure occur if the call graph is a tree। ਵੀਰੇ ਜਿਹੜੀ ਨੈਟਵਰਕ ਮੈਟ੍ਰਿਕਸ ਆ ਇੱਕ ਤਾਂ ਇਹ ਸਟਰਕਚਰ ਚਾਰਟ ਤੇ ਡਿਪੈਂਡ ਕਰਦੀ ਆ। ਇਹਦੇ ਵਿੱਚ ਕੀ ਹੁੰਦਾ ਵੀ ਡਿਫਾਈਨ ਕਰਦੇ ਆ ਆਪਾਂ ਜਿਹੜਾ ਗੁੱਡ ਸਟਰਕਚਰ ਕਿਵੇਂ ਆਪਾਂ ਨੈਟਵਰਕ ਦਾ ਬਣਾ ਸਕਦੇ ਆ। ਠੀਕ ਹੈ ਵੀ ਕਾਲ ਇਹ ਜਿਹੜਾ ਸਿੰਪਲ ਸਟਰਕਚਰ ਆਕਰ ਹੁੰਦਾ ਉਹ ਜੇਕਰ ਕਾਲ ਗ੍ਰਾਫ ਟਰੀ ਆ ਤਾਂ ਇਹਦਾ ਸਟਰਕਚਰ ਆ ਜਿਹੜਾ ਸਿੰਪਲ ਆ। ਐਜ਼ ਅ ਰਿਜ਼ਲਟ ਜੇ ਆਪਾਂ ਦੇਖੀਏ ਦਾ ਗ੍ਰਾਫ ਇੰਪਿਓਰਟੀ ਇਜ਼ ਡਿਫਾਈਨਡ ਐਜ਼ ਨੋਡ ਐਜ। ਜਿਹੜੀ ਗ੍ਰਾਫ ਆ ਉਹਨੂੰ ਆਪਾਂ ਡਿਫਾਈਨ ਕਰਵਾ ਸਕਦੇ ਆ ਨੋਡ ਤੇ ਐਜ ਦੇ। ਠੀਕ ਹੈ ਗ੍ਰਾਫ ਦੀ ਕੰਪਲੈਕਸਿਟੀ ਤਾਂ ਤੁਹਾਨੂੰ ਪਤਾ ਇੰਪਿਓਰਟੀ ਆਪਾਂ ਨੂੰ ਪਤਾ ਲੱਗਦੀ ਹੈ ਬੇਟਾ ਵੀ ਨੋਡਸ ਤੇ ਐਜ ਤੋਂ ਪਤਾ ਲੱਗਦੀ ਹੈ। ਜਿਵੇਂ ਇਨ ਦੀ ਕੇਸ ਆਫ ਟਰੀ ਦੀ ਗੱਲ ਕਰੀਏ ਤਾਂ ਦਿਸ ਮੈਟ੍ਰਿਕ ਪ੍ਰੋਡਿਊਸ ਦਾ ਰਿਜ਼ਲਟ 0 ਸਿੰਸ ਦੇਅਰ ਇਜ਼ ਆਲਵੇਜ਼ 1 ਮੋਰ ਨੋਡ ਇਨ ਦਾ ਟਰੀ ਦੈਨ ਐਜ। ਐਜ ਦੇ ਨਾਲੋਂ 2 ਜਾਂ 2 ਤੋਂ ਜ਼ਿਆਦਾ ਨੋਡਸ ਆ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ। ਤਾਂ ਦਿਸ ਮੈਟ੍ਰਿਕਸ ਇਜ਼ ਡਿਜ਼ਾਈਨ ਟੂ ਮੇਕ ਯੂਰ ਐਕਸਮਾਈਨਡ ਨੋਡ ਹੈਵ ਹਾਈ ਕਪਲਿੰਗ ਐਂਡ ਸੀ ਇਫ ਦੇ ਆਰ ਐਜ਼ ਵੇਜ਼ ਟੂ ਰਿਡਿਊਸ ਦਿਸ ਕਪਲਿੰਗ। ਇਹਨੂੰ ਘਟਾ ਸਕਦੀ ਆ। ਐਲੀਮੈਂਟ ਲੈਵਲ ਮੈਟ੍ਰਿਕਸ ਅਸੈਸ ਦਾ ਪੋਜੀਸ਼ਨ ਆਫ ਦਾ ਸਿੰਗਲ ਐਲੀਮੈਂਟ ਵਿਦਨ ਦਾ ਓਵਰਆਲ। ਸਿੰਗਲ ਐਲੀਮੈਂਟ ਦੇ ਆਧਾਰ 'ਤੇ ਸਾਰੀ ਚੀਜ਼ ਦਾ ਜਿਹੜੀ ਅਸੈਸਮੈਂਟ ਆ ਲਗਾ ਸਕਦੀ ਆ। ਠੀਕ ਹੈ ਜੀ। ਤਾਂ ਨੈਟਵਰਕ ਐਂਡ ਇੰਪੈਕਟ ਇਨ ਦਾ ਰਿਲੇਸ਼ਨ ਟੂ ਅਦਰ ਔਰ ਜਰਨਲ ਸਟਰਕਚਰ ਦੇ ਨਾਲ ਕਿਵੇਂ ਰਿਲੇਸ਼ਨ ਹੈ। ਜਿਹੜੇ ਪਹਿਲਾਂ ਗਰੁੱਪ ਲੈਵਲ ਦੀ ਗੱਲ ਕਰਦੇ ਹਾਂ। ਗਰੁੱਪ ਲੈਵਲ ਜਿਹੜੀ ਮੈਟ੍ਰਿਕਸ ਆ ਰਿਗਾਰਡ ਦਾ ਕੰਸਟੀਟਿਊਸ਼ਨ ਐਂਡ ਕੁਆਲਿਟੀ ਆਫ ਦਾ ਗਰੁੱਪਸ ਆਫ ਦਾ ਐਲੀਮੈਂਟ। ਇਹਦੇ ਵਿੱਚ ਮਤਲਬ ਕਿ ਆਪਾਂ ਦੇਖਦੇ ਹਾਂ ਵੀ ਜਿਹੜੀ ਗਰੁੱਪਸ ਆਪਾਂ ਯੂਜ਼ ਕੀਤੇ ਜਾ ਰਹੇ ਨੇ ਜਿੰਨੇ ਵੀ ਐਲੀਮੈਂਟਸ ਦੇ ਵਿੱਚ ਤਾਂ ਉਹਦਾ ਓਵਰਆਲ ਨੈਟਵਰਕ ਦੇ ਉੱਪਰ ਕੀ ਪ੍ਰਭਾਵ ਆ। ਨੈਟਵਰਕ ਲੈਵਲ ਮੈਟ੍ਰਿਕਸ ਕਰੈਕਟਰਾਈਜ਼ ਦਾ ਪ੍ਰੋਪਰਟੀ ਆਫ ਓਵਰਆਲ ਨੈਟਵਰਕ ਵਿਦਆਊਟ ਦਾ ਰਿਗਾਰਡਿੰਗ ਇੰਡੀਵਿਜ਼ੂਅਲ ਨੋਡਸ। ਮਤਲਬ ਕੱਲੀ ਨੋਡ ਦੀ ਬਜਾਏ ਸਾਰੇ ਨੈਟਵਰਕ ਨੂੰ ਦੇਖਿਆ ਜਾਂਦਾ। ਗੁੱਡ SC ਇਜ਼ ਕੰਸੀਡਰ ਜਿਹੜਾ ਆਪਣੇ ਕੋਲ ਸਟਰਕਚਰਲ ਚਾਰਟ ਆ ਐਜ਼ ਵਨ ਵਿਦ ਈਚ ਮੋਡਿਊਲ ਹੈਵਿੰਗ ਵਨ ਕਲਰ। ਹਰ ਇੱਕ ਦੇ ਵਿੱਚ ਇੱਕ ਕਲਰ ਹੋਊਗਾ ਹੀ ਹੋਊਗਾ। ਤਾਂ ਮੋਰ ਦੈਨ SC ਡਿਵੇਟ ਫਰੋਮ ਅ ਟਰੀ ਤੋਂ ਹੀ ਲੈਤਾ ਗਿਆ। ਠੀਕ ਹੈ। ਤਾਂ ਦਾ ਮੋਰ ਇੰਪਿਓਰਟ ਇਜ਼ ਕਹਿੰਦੇ ਗ੍ਰਾਫ ਇੰਪਿਓਰਟੀ ਆ ਜਿਹਦੇ ਵਿੱਚ ਨੋਡ ਐਜ ਆਪਾਂ ਕੰਮ ਕਰਦੇ ਹਾਂ। ਨੋਡ ਦੇ ਵਿੱਚੋਂ ਐਜ ਘਟਾ ਕੇ ਉਹਦੇ ਵਿੱਚੋਂ 1 ਮਾਈਨਸ ਕਰਨਾ। N ਮਤਲਬ ਨੋਡਸ E ਮਤਲਬ ਐਜ ਇਨ ਦੀ ਗ੍ਰਾਫ। ਇੰਪਿਓਰਟੀ ਆਫ 0 ਮੀਨਸ ਟਰੀ। ਜਿਹੜੀ ਇੰਪਿਓਰਟੀ 0 ਮੀਨਸ ਟਰੀ ਦੀ ਹੁੰਦੀ ਹੈ। ਐਜ਼ ਦਿਸ ਨੰਬਰ ਇਨਕਰੀਜ਼ ਦਾ ਇੰਪਿਓਰਟੀ ਇਨਕਰੀਜ਼। ਜੇਕਰ ਨੰਬਰ ਇਨਕਰੀਜ਼ ਹੋਏ ਤਾਂ ਇੰਪਿਓਰਟੀ ਵੀ ਕੀ ਹੁੰਦੀ ਹੈ ਇਨਕਰੀਜ਼ ਹੁੰਦੀ ਆ। ਰਿਸਰਚ ਦਾ ਕੌਂਸਟਲੀ ਸੀਕਿੰਗ ਮੈਟ੍ਰਿਕਸ ਟੂ ਕਰੈਕਟਰਾਈਜ਼ ਦਾ ਨੈਟਵਰਕ ਦੇ ਕਰੈਕਟਰਾਈਜ਼ ਇੱਦਾਂ ਨੇ। ਠੀਕ ਹੈ। ਐਜ਼ ਅ ਵੇ ਆਫ ਔਰ ਇਨ ਦਾ ਹੋਪ ਆਫ ਜਿਵੇਂ ਮਤਲਬ ਆਪਾਂ ਵੇ ਰਸਤਾ ਚੂਜ਼ ਕਰਦੇ ਹਾਂ ਜਾਂ ਆਪਾਂ ਕਿਸੇ ਆਸ ਦੇ ਵਿੱਚ ਚੱਲਦੇ ਹਾਂ ਬਿਹੇਵੀਅਰ ਨੂੰ ਚੈੱਕ ਕਰਦੇ ਹਾਂ। ਤਾਂ ਮੋਸਟ ਕਾਮਨ ਜਿਹੜੇ ਨੈਟਵਰਕ ਸਰਵਿਸ ਹੈ ਜਿਵੇਂ ਡਿਗਰੀ ਕੋਰਿਲੇਸ਼ਨ ਦੀ ਗੱਲ ਕਰਦੇ ਹਾਂ। ਜਿਹੜੀ ਡਿਗਰੀ ਕੋਰਿਲੇਸ਼ਨ ਹੈ ਇਜ਼ ਅ ਬੇਸਿਕ ਸਟਰਕਚਰ ਮੈਟ੍ਰਿਕਸ ਹੈ ਜਿਹੜਾ ਕੈਲਕੂਲੇਟ ਕਰਦੇ ਆ ਲਾਈਕਲੀਹੁੱਡ ਦਾ ਕਹਿੰਦੇ ਨੋਡਸ ਲਿੰਕ ਟੂ ਨੋਡ। ਮਤਲਬ ਨੋਡਸ ਦਾ ਲਿੰਕ ਅੱਗੇ ਨੋਡਸ ਨਾਲ ਕਿਵੇਂ ਹੁੰਦਾ। ਠੀਕ ਹੈ ਜੀ। ਤਾਂ ਜਿਹੜਾ ਫਾਰਮ ਕੇਸ ਇਜ਼ ਕਾਲਡ ਪੋਜ਼ਿਟਿਵ ਡਿਗਰੀ ਕੋਰਿਲੇਸ਼ਨ ਵਾਈਲ ਦਾ ਲੇਟਰ ਇਜ਼ ਕਾਲਡ ਜਿਹੜਾ ਫਾਰਮ ਕੇਸ ਆ ਵੀ ਮਤਲਬ ਜੇ ਆਪਾਂ ਉਹਦੀ ਕੋਈ ਕੇਸ ਚੂਜ਼ ਕਰਦੇ ਉਹਨੂੰ ਪੋਜ਼ਿਟਿਵ ਡਿਗਰੀ ਬੋਲਦੇ ਆ। ਜੇ ਆਪਾਂ ਮਤਲਬ ਲੇਟਰ ਯੂਜ਼ ਕਰਦੇ ਉਹਨੂੰ ਨੈਗੇਟਿਵ ਡਿਗਰੀ ਬੋਲਦੇ ਆ। ਤਾਂ ਕੰਪਲੈਕਸ ਨੈਟਵਰਕ ਹੈਵ ਬੀਨ ਅਪਲਾਈਡ ਟੂ ਮਾਡਲ ਨਿਊਮੈਰਿਕ ਇੰਟਰੈਕਟਿਵ ਨੋਨ ਲੀਨੀਅਰ ਸਿਸਟਮ ਇਨ ਦਾ ਰੀਅਲ ਵਰਲਡ। ਨੋਨ ਲੀਨੀਅਰ ਸਿਸਟਮ 'ਤੇ ਆਪਾਂ ਕੰਪਲੈਕਸ ਨੈਟਵਰਕ ਨੂੰ ਅਪਲਾਈ ਕਰਦੇ ਹਾਂ। ਤਾਂ ਨੌਲੇਜ ਅਬਾਊਟ ਨੈਟਵਰਕ ਟੋਪੋਲੋਜੀ ਇਜ਼ ਕ੍ਰਿਟੀਕਲ ਫਾਰ ਦਾ ਅੰਡਰਸਟੈਂਡਿੰਗ ਦਾ ਫੰਕਸ਼ਨ। ਤਾਂ ਨੌਲੇਜ ਹੈ ਜਿਹੜੀ ਆਪਾਂ ਨੂੰ ਨੈਟਵਰਕ ਟੋਪੋਲੋਜੀ ਕ੍ਰਿਟੀਕਲ ਹੁੰਦਾ ਇੰਪੋਰਟੈਂਟ ਹੁੰਦੀ ਆ ਅੰਡਰਸਟੈਂਡਿੰਗ ਦਾ ਫੰਕਸ਼ਨ ਨੂੰ ਸਮਝਣ ਦੇ ਲਈ। ਤਾਂ ਪਰਫੋਰਮੈਂਸ ਐਂਡ ਅਵੈਲੂਏਸ਼ਨ ਆਫ ਦਾ ਕੰਪਲੈਕਸ ਸਿਸਟਮ। ਠੀਕ ਹੈ। ਇਹਦਾ ਕਹਿੰਦੇ ਲਾਸਟ ਫਿਊ ਈਅਰ ਜੇ ਕਹਿੰਦੇ ਕੁਝ ਪਿਛਲੇ ਸਮੇਂ ਤੋਂ ਦੇਖੀਏ। ਠੀਕ ਹੈ। ਮੈਨੀ ਨੈਟਵਰਕ ਮੈਟ੍ਰਿਕਸ ਐਂਡ ਮਾਡਲ ਹੈਵ ਬੀਨ ਪ੍ਰਪੋਜ਼ ਟੂ ਇਲੂਮੀਨੇਟ ਦਾ ਨੈਟਵਰਕ ਟੋਪੋਲੋਜੀ ਡਾਇਨਾਮਿਕ ਐਂਡ ਅਵੈਲੂਏਸ਼ਨ। ਵੀ ਬਹੁਤ ਸਾਰੇ ਨੈਟਵਰਕ ਜਿਹੜੇ ਇੱਦਾਂ ਦੇ ਆਏ ਨੇ ਜਿਨ੍ਹਾਂ ਨੇ ਮਤਲਬ ਇਹਨਾਂ ਨੂੰ ਘੱਟ ਯੂਜ਼ ਕੀਤਾ। ਸਿੰਸ ਦੀਜ਼ ਨੈਟਵਰਕ ਮੈਟ੍ਰਿਕਸ ਐਂਡ ਮੋਡਿਊਲ ਡੈਵਿਡ ਫਰੋਮ ਅ ਵਾਈਡ ਰੇਂਜ ਆਫ ਸਟੱਡੀ ਮਤਲਬ ਵੱਡੀ ਰੇਂਜ ਦੀ ਸਟੱਡੀ ਤੋਂ ਹੀ ਮਿਲੇ ਨੇ ਇਹ। ਤਾਂ ਕਹਿੰਦੇ ਸਿਸਟੇਮੈਟਿਕ ਸਟੱਡੀਜ਼ ਰਿਕੁਆਇਰਡ ਟੂ ਇਨਵੈਸਟੀਗੇਟ ਦਾ ਕੋਰਿਲੇਸ਼ਨ ਬਿਟਵੀਨ ਦੈਮ। ਤਾਂ ਕੋਰਿਲੇਸ਼ਨ ਨੂੰ ਮਤਲਬ ਇਨਵੈਸਟੀਗੇਟ ਕਰਨ ਦੇ ਲਈ ਇਹਨਾਂ ਦੇ ਵਿਚਕਾਰ ਮਤਲਬ ਸਿਸਟੇਮੈਟਿਕ ਸਟੱਡੀ ਦੀ ਕੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਗੇ ਰਿਚ ਕਲੱਬ ਮੈਟ੍ਰਿਕਸ ਕੀ ਹੁੰਦੀ ਆ। ਜਿਹੜੀ ਰਿਚ ਕਲੱਬ ਮੈਟ੍ਰਿਕਸ ਹੁੰਦੀ ਆ ਡਿਗਰੀ ਕੋਰਿਲੇਸ਼ਨ ਪਾਰਟੀਕੂਲਰਲੀ ਦਾ ਮੋਰ ਕਾਮਨਲੀ ਯੂਜ਼ਡ ਪਾਰਸ਼ੀਅਨ ਕੋਰਿਲੇਸ਼ਨ। ਇਹਨੂੰ ਪਾਰਸ਼ੀਅਨ ਕੋਰਿਲੇਸ਼ਨ ਦੇ ਨਾਮ ਨਾਲ ਵੀ ਜਾਣਦੇ ਆ। ਇਸ ਕਹਿੰਦੇ ਆਫਟਨ ਇਨਕਰੈਕਟਲੀ ਇੰਟਰਪ੍ਰੇਟਡ ਟੂ ਬੀ ਐਨ ਇੰਡੀਕੇਟਰ ਆਫ ਦਾ ਟੈਂਡੈਂਸੀ ਆਫ ਦਾ ਹਾਈ ਡਿਗਰੀ ਨੋਡਸ ਟੂ ਲਿੰਕ ਟੂ ਈਚ। ਜਿਹੜੇ ਹਾਈ ਡਿਗਰੀ ਨੋਡਸ ਹੁੰਦੇ ਆ ਦੂਜਿਆਂ ਦੇ ਨਾਲ ਲਿੰਕਾਂ ਨੂੰ ਸ਼ੋਅ ਕਰਨਾ ਕੀ ਹੁੰਦਾ ਆਪਣੇ ਲਈ ਰੋਂਗ ਹੋ ਜਾਂਦਾ ਮਤਲਬ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਵੇਅਰ ਇਨ ਫੈਕਟ ਇਟ ਇਜ਼ ਇੰਡੀਕੇਟਰ ਆਫ ਦਾ ਟੈਂਡੈਂਸੀ ਆਫ ਦਾ ਸਿਮਿਲਰ ਡਿਗਰੀ ਨੋਡਸ ਟੂ ਲਿੰਕ ਟੂ। ਮਤਲਬ ਅਲੱਗ-ਅਲੱਗ ਦੀ ਵੀ ਆਪਣੀ ਜਿਹੜੀ ਆਪਾਂ ਮਤਲਬ ਕਿ ਸਿਮਿਲਰ ਡਿਗਰੀ ਦੀ ਵੀ ਇੱਕ ਦੂਜੇ ਦੇ ਨੋਡਸ ਦੇ ਨਾਲ ਲਿੰਕ ਨੂੰ ਸ਼ੋਅ ਕਰਨਾ ਕੀ ਹੋ ਜਾਂਦਾ ਔਖਾ ਹੋ ਜਾਂਦਾ। ਤਾਂ ਰਿਚ ਕਲੱਬ ਮੈਟ੍ਰਿਕਸ ਸਪੈਸ਼ਲੀ ਡਿਜ਼ਾਈਨ ਟੂ ਮੇਜ਼ਰ ਦਾ ਟੈਂਡੈਂਸੀ ਆਫ ਦਾ ਹਾਈ ਡਿਗਰੀ ਨੋਡ ਟੂ ਲਿੰਕ। ਹਾਈ ਡਿਗਰੀ
मतलब हाई डिग्री ਨੂੰ ਲੱਭਣ ਦੇ ਲਈ ਮੀਜ਼ਰ ਕਰਨ ਦੇ ਲਈ ਆਪਾਂ ਰਿਚ ਕਲੱਬ ਮੈਟ੍ਰਿਕਸ ਦੀ ਵਰਤੋਂ ਹੈ ਜਿਹੜੀ ਕਰਦੇ ਹਾਂ। ਡਿਗਰੀ ਕੋਰਿਲੇਸ਼ਨ ਹੋ ਗਿਆ, ਰਿਚ ਕਲੱਬ ਮੈਟ੍ਰਿਕਸ ਹੋ ਗਈ, ਕੇ ਨੀਅਰੈਸਟ ਨੇਬਰਸ ਹੋ ਗਏ, ਜੁਆਇੰਟ ਡਿਗਰੀ ਡਿਸਟ੍ਰੀਬਿਊਸ਼ਨ ਹੋ ਗਈ। ਹੁਣ ਆਪਾਂ ਪੜਾਂਗੇ ਜੁਆਇੰਟ ਡਿਗਰੀ ਡਿਸਟ੍ਰੀਬਿਊਸ਼ਨ ਕੀ ਹੁੰਦੀ ਹੈ। ਜੁਆਇੰਟ ਜਿਹੜੀ ਡਿਗਰੀ ਡਿਸਟ੍ਰੀਬਿਊਸ਼ਨ ਹੁੰਦੀ ਹੈ, ਇਨਸਪੈਕਟ ਈਚ ਪੇਅਰ ਆਫ ਕਨੈਕਟਡ ਨੋਡ, ਮਤਲਬ ਹਰ ਇੱਕ ਪੇਅਰ ਹੁੰਦੇ, ਦੋ ਹੁੰਦੇ, ਇੱਕ ਵਰਟਿਕਸ ਹੁੰਦਾ, ਇੱਕ ਐਜ ਹੁੰਦਾ, ਠੀਕ ਹੈ। ਮਤਲਬ ਉਹ ਐਜ ਉਹਨਾਂ ਨੂੰ ਕਨੈਕਟ ਕਰਦਾ, ਜਿਵੇਂ ਦੋ ਵਰਟਿਕਸ ਨੂੰ ਇੱਕ ਐਜ ਕਨੈਕਟ ਕਰਦਾ, ਠੀਕ ਹੈ। ਜੋ ਨੋਡਸ ਦੇਅਰ ਕਹਿੰਦੇ ਰਿਸਪੈਕਟਿਵ ਨੋਡਲ ਡਿਗਰੀ, ਹਰ ਇੱਕ ਦੀ ਕੋਈ ਨਾ ਕੋਈ ਡਿਗਰੀ ਹੁੰਦਾ ਵੀ ਇੱਕ ਨੋਡ ਦੇ ਨਾਲ ਕਿੰਨੇ ਮਤਲਬ ਕਿ ਐਜ ਕਨੈਕਟ ਕੀਤੇ ਗਏ ਨੇ, ਠੀਕ ਹੈ ਜੀ। ਈਚ ਟਾਈਮ ਆ ਪੇਅਰ ਹੈਜ਼ ਡਿਗਰੀ K2 K1 K2 1 ਇਜ਼ ਐਡ ਟੂ ਦਾ K1 K2 ਐਂਟਰੀ ਆਫ ਮੈਟ੍ਰਿਕਸ JDD, ਮਤਲਬ ਜੁਆਇੰਟ ਡਿਗਰੀ ਡਿਸਟ੍ਰੀਬਿਊਸ਼ਨ। ਇਫ ਟੂ ਨੋਡਸ ਆਫ ਡਿਗਰੀ 3 ਹੈ, ਜਿਵੇਂ ਦੋ ਨੋਡਸ ਦੀ ਡਿਗਰੀ 3 ਹੈ, ਮਤਲਬ ਦੋ ਨੋਡਸ ਤਿੰਨ ਨਾਲ ਕਨੈਕਟ ਕੀਤੀ ਗਈ ਆ, ਠੀਕ ਹੈ। ਤਾਂ ਫੋਰ ਐਗਜ਼ਾਮਪਲ ਕਹਿੰਦੇ ਲਿੰਕਡ ਦੈਨ ਵੇਅਰ ਵਿਲ 12 ਇਨ ਦਾ, ਤਾਂ 3 ਐਂਟੀਟੀ ਇਨ DGD, ਮਤਲਬ ਤਿੰਨ ਦੀ ਐਂਟੀਟੀ ਕਹਿੰਦਾ ਲਿੰਕ ਕਿੰਨਾ ਦਿੱਤਾ ਵਾ 12 ਦਿੱਤਾ ਵਾ। ਇਫ ਮੈਨੀ ਨੋਡਸ ਆਫ ਸਿਮਿਲਰ ਡਿਗਰੀ ਆਰ ਲਿੰਕਡ, ਤਾਂ ਬਹੁਤ ਸਾਰੀਆਂ ਨੋਡਸ ਆ, ਮਤਲਬ ਇੱਕ ਦੇ ਨਾਲ ਜੇਕਰ ਆਪਾਂ 3 ਕ੍ਰੀਏਟ ਕਰਦੀ ਹੈਗੇ ਫਿਰ ਉਹਦੇ 3 ਲਿੰਕ ਹੋ ਗਏ, ਤਾਂ ਉਹ ਟੋਟਲ ਕਿੰਨੇ ਬਣ ਜਾਣਗੇ ਆਪਣੇ ਕੋਲੇ 12 ਬਣ ਜਾਣਗੇ, ਠੀਕ ਹੈ ਜੀ। ਅੱਗੇ ਹੈਗਾ ਕੇ ਨੀਅਰੈਸਟ ਨੇਬਰਸ, ਰੈਗੂਲਰ KNN ਕੈਲਕੂਲੇਟ ਦਾ ਕੇ ਨੀਅਰੈਸਟ ਨੇਬਰ ਸਟੈਟਿਸਟਿਕਸ ਆਫ ਰਿਕਾਰਡਿੰਗ ਐਵਰੀ ਪੇਅਰ ਆਫ ਨੋਡ, ਹਰ ਇੱਕ ਨੋਡ ਨੂੰ ਮਤਲਬ ਹਰ ਇੱਕ ਪੇਅਰ ਨੂੰ ਆਪਾਂ ਇਹਦੇ ਵਿੱਚ ਰਿਕਾਰਡਿੰਗ ਕਰਦੇ ਹਾਂ ਐਜ਼ ਅ JDD ਕੇ ਡਜ਼। KNN ਜਿਹੜੀ ਆਪਣੇ ਕੋਲੇ ਕੇ ਨੀਅਰੈਸਟ ਨੇਬਰਸ ਆ, ਸਿੰਪਲੀ ਐਵਰੇਜ ਦਾ ਡਿਗਰੀ ਆਫ ਦਾ ਨੇਬਰਸ ਜਿਹੜੇ ਨੇੜੇ ਵਾਲੀਆਂ ਡਿਗਰੀਜ਼ ਹੁੰਦੀਆਂ ਨੇ ਉਹਨਾਂ ਦੀ ਐਵਰੇਜ ਨੂੰ ਹੀ ਮਾਪਣ ਲਈ ਯੂਜ਼ ਕਰਦੇ ਆ, ਜਿਹੜੀ ਕਿ ਐਜ਼ ਅ ਲੀਨੀਅਰ ਹੁੰਦੀ ਆ, ਸੈਮੀ ਲੌਗ ਹੁੰਦੀ ਆ ਜਾਂ ਲੌਗ ਪਲੋਟ ਹੁੰਦੀ ਆ, ਠੀਕ ਹੈ ਜੀ। ਤਾਂ ਆਪਣੇ ਕੋਲੇ ਸਟੇਬਿਲਿਟੀ ਮੈਟ੍ਰਿਕਸ ਆਫ ਦਾ ਡਿਜ਼ਾਈਨ ਇਜ਼ ਮੈਟ੍ਰਿਕਸ tries to qualify the resistance of the design to potential ripple effect that caused by the change in module change ਹੋਣਗੇ ਤਾਂ ਸਟੇਬਿਲਿਟੀ ਜਿਹੜੀ ਮੈਟ੍ਰਿਕਸ ਦੀ ਆਲਰੇਡੀ ਕੀ ਹੋਊਗੀ, ਚੇਂਜ ਹੋਊਗੀ। ਜਿਹੜੀ ਨੈਕਸਟ ਆਪਣੇ ਕੋਲ ਇਨਫੋਰਮੇਸ਼ਨ ਫਲੋ ਮੈਟ੍ਰਿਕਸ ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਓਕੇ ਬੇਟਾ, ਥੈਂਕ ਯੂ। ਜੇ ਇਹਦੇ ਵਿੱਚ ਕੁਛ ਨਾ ਪਤਾ ਲੱਗਿਆ ਹੋਇਆ ਤਾਂ ਮੈਨੂੰ ਦੁਬਾਰਾ ਪੁੱਛ ਲਿਓ, ਠੀਕ ਹੈ। ਬਸ ਥੋੜਾ ਇੱਕ ਵਾਰੀ ਇਹਨੂੰ ਟੌਪਿਕ ਨੂੰ ਤੁਹਾਨੂੰ ਦੋ ਤਿੰਨ ਵਾਰ ਪੜ੍ਹਨਾ ਪਊਗਾ, ਉਸ ਤੋਂ ਬਾਅਦ ਤੁਹਾਨੂੰ ਸਮਝ ਆ ਜਾਊਗਾ ਇਹਦੇ ਬਾਰੇ, ਠੀਕ ਹੈ। ਓਕੇ ਬੇਟਾ, ਥੈਂਕ ਯੂ ਸੋ ਮਚ।